ਜੇਕਰ ਤੁਸੀਂ ਉਸ ਭਾਵਨਾ ਨੂੰ ਦੱਸਣਾ ਚਾਹੁੰਦੇ ਹੋ ਜਿਸ ਵਿੱਚ ਅਜਿਹੇ ਭਵਿੱਖ ਦੀ ਉਡੀਕ ਹੋਵੇ ਜੋ ਵਰਤਮਾਨ ਸਮੇਂ ਨਾਲੋਂ ਬਿਹਤਰ ਹੋਵੇਗਾ, ਤੁਸੀਂ ਸ਼ਾਇਦ ਉਤਾਵਲੇ ਜਾਂ ਉਤਸ਼ਾਹਿਤ ਹੋਵੋਗੇ, ਜਾਂ ਸ਼ਾਇਦ ਤੁਸੀਂ ਅਨਿਸ਼ਚਿਤ ਹੋਵੋ। ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਦੇ ਅਨੁਭਵ ਨੂੰ ਜਾਣਦੇ ਹਨ। ਅਸੀਂ ਇਸ ਨੂੰ ਆਸ ਕਹਿੰਦੇ ਹਾਂ। ਇਹ ਉਮੀਦ ਦੀ ਸਥਿਤੀ ਹੈ ਅਤੇ ਇਹ ਸਿਹਤਮੰਦ ਮਨੁੱਖੀ ਹੋਂਦ ਲਈ ਬਹੁਤ ਮਹੱਤਵਪੂਰਨ ਹੈ ਅਤੇ ਬਾਈਬਲ ਵਿੱਚ ਇਹ ਇੱਕ ਬਹੁਤ ਹੀ ਮਹੱਤਵਪੂਰਨ ਧਾਰਨਾ ਹੈ। ਹਕੀਕਤ ਤਾਂ ਇਹ ਹੈ ਕਿ ਬਾਈਬਲ ਦੀਆਂ ਪ੍ਰਾਚੀਨ ਭਾਸ਼ਾਵਾਂ ਵਿੱਚ ਆਸ ਦੇ ਅਨੇਕਾਂ ਸ਼ਬਦ ਹਨ ਅਤੇ ਇਹ ਸਭ ਸ਼ਾਨਦਾਰ ਹਨ। ਪੁਰਾਣੇ ਨੇਮ ਵਿੱਚ ਇਬਰਾਨੀ ਭਾਸ਼ਾ ਵਿੱਚ ਦੋ ਮੁੱਖ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ ਆਸ ਵਜੋਂ ਕੀਤਾ ਜਾਂਦਾ ਹੈ। ਪਹਿਲਾ ਹੈ ਯਖਾਲ, ਜਿਸ ਦਾ ਆਮ ਸ਼ਬਦਾਂ ਵਿੱਚ ਅਰਥ ਹੈ ਉਡੀਕ ਕਰਨਾ, ਜਿਵੇਂ ਕਿ ਨੂਹ ਅਤੇ ਕਿਸ਼ਤੀ ਦੀ ਕਹਾਣੀ ਵਿੱਚ ਵੇਖਦੇ ਹਾਂ। ਜਿਵੇਂ ਹੀ ਜਲ ਪਰਲੋ ਦਾ ਪਾਣੀ ਘਟਣ ਲੱਗਾ ਤਾਂ ਨੂਹ ਨੂੰ ਕਈ ਹਫ਼ਤਿਆਂ ਤੱਕ ਯਖਾਲ ਕਰਨਾ ਪਿਆ। ਦੂਸਰਾ ਇਬਰਾਨੀ ਸ਼ਬਦ ਕਵਾਹ ਹੈ ਅਤੇ ਇਸ ਦਾ ਅਰਥ ਵੀ ਉਡੀਕ ਕਰਨਾ ਹੀ ਹੈ। ਇਹ ਇਬਰਾਨੀ ਸ਼ਬਦ ਕਾਵ ਨਾਲ ਸੰਬੰਧਿਤ ਹੈ ਜਿਸ ਦਾ ਅਰਥ ਹੈ ਰੱਸੀ। ਜਦੋਂ ਤੁਸੀਂ ਇੱਕ ਕਾਵ ਨੂੰ ਕੱਸ ਕੇ ਖਿੱਚਦੇ ਹੋ ਤਾਂ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਤੁਸੀਂ ਢਿੱਲ ਨਾ ਦੇਵੋ। ਇਹ ਹੈ ਕਾਵਾ, ਇੱਕ ਤਣਾਅ ਅਤੇ ਉਮੀਦ ਦੀ ਭਾਵਨਾ। ਜਦੋਂ ਤੁਸੀਂ ਕੁਝ ਹੋਣ ਦੀ ਉਡੀਕ ਕਰ ਰਹੇ ਹੁੰਦੇ ਹੋ, ਯਸ਼ਾਇਆ ਨਬੀ ਪਰਮੇਸ਼ਵਰ ਨੂੰ ਅਜਿਹੇ ਕਿਸਾਨ ਦੇ ਰੂਪ ਵਜੋਂ ਦਰਸਾਉਂਦਾ ਹੈ ਜੋ ਦਾਖ ਦੀ ਵਾੜੀ ਲਗਾ ਕੇ ਚੰਗੇ ਫਲ ਦਾ ਕਾਵਾ ਕਰ ਰਿਹਾ ਹੈ। ਅਤੇ ਜਿਸ ਤਰ੍ਹਾਂ ਮੀਕਾ ਨਬੀ ਉਹਨਾਂ ਕਿਸਾਨਾਂ ਦੀ ਗੱਲ ਕਰਦਾ ਹੈ ਜੋ ਧਰਤੀ ਨੂੰ ਸਿੰਜਣ ਵਾਲੀ ਤਰੇਲ ਦੀ ਕਾਵਾ ਅਤੇ ਯਖਾਲ ਦੋਵੇਂ ਹੀ ਕਰ ਰਹੇ ਹਨ। ਇਸ ਲਈ ਬਾਈਬਲ ਦੀ ਇਬਰਾਨੀ ਭਾਸ਼ਾ ਵਿੱਚ ਆਸ ਦਾ ਅਰਥ ਹੈ ਉਡੀਕ ਕਰਨਾ ਜਾਂ ਉਮੀਦ ਕਰਨਾ। ਪਰ ਕਿਸ ਗੱਲ ਦੀ ਉਡੀਕ ਕਰ? ਇਸਰਾਇਲ ਦੇ ਨਬੀਆਂ ਦੇ ਸਮੇਂ ਦੌਰਾਨ ਜਦੋਂ ਕੌਮ ਸਵੈ ਵਿਨਾਸ਼ ਦੀ ਵੱਲ ਡੁੱਬਦੀ ਜਾ ਰਹੀ ਸੀ, ਤਦ ਯਸ਼ਾਇਆ ਨੇ ਕਿਹਾ, ਇਸ ਸਮੇਂ ਯਹੋਵਾ ਆਪਣਾ ਮੂੰਹ ਇਸਰਾਇਲ ਤੋਂ ਲੁਕਾਉਂਦਾ ਹੈ, ਇਸ ਲਈ ਮੈਂ ਉਸ ਦਾ ਕਾਵਾ ਕਰਾਂਗਾ। ਉਹਨਾਂ ਹਨੇਰ ਭਰੇ ਦਿਨਾਂ ਵਿੱਚ ਯਸ਼ਾਇਆ ਕੋਲ ਜੋ ਉਮੀਦ ਸੀ ਉਹ ਕੇਵਲ ਪਰਮੇਸ਼ਵਰ ਤੋਂ ਹੀ ਸੀ। ਆਸ ਦੀ ਇਹੀ ਧਾਰਨਾ ਤੁਹਾਨੂੰ ਪੂਰੀ ਯਬੂਰਾਂ ਦੀ ਪੋਥੀ ਵਿੱਚ ਖਿੰਡੀ ਹੋਈ ਮਿਲੇਗੀ, ਜਿੱਥੇ ਇਹ ਸ਼ਬਦ 40 ਵਾਰ ਤੋਂ ਜ਼ਿਆਦਾ ਵਾਰ ਆਇਆ ਹੈ। ਲਗਭਗ ਹਰੇਕ ਮੁੱਦੇ ਵਿੱਚ ਲੋਕ ਪਰਮੇਸ਼ਵਰ ਦੀ ਉਡੀਕ ਕਰ ਰਹੇ ਹਨ। ਜਿਵੇਂ ਜ਼ਬੂਰ 130 ਵਿੱਚ ਕਵੀ ਦੁੱਖਾਂ ਦੀਆਂ ਡੂੰਘਾਈਆਂ ਵਿੱਚੋਂ ਪੁਕਾਰਦਾ ਹੈ, ਮੈਂ ਪਰਮੇਸ਼ਵਰ ਦਾ ਕਾਵਾ ਕਰਦਾ ਹਾਂ। ਇਸਰਾਇਲ ਪਰਮੇਸ਼ਵਰ ਦਾ ਯਖਾਲ ਕਰੇ ਕਿਉਂਕਿ ਉਹ ਵਫਾਦਾਰ ਹੈ ਅਤੇ ਉਹ ਉਸ ਨੂੰ ਸਾਰੀਆਂ ਬਦੀਆਂ ਤੋਂ ਨਿਸਤਾਰਾ ਦੇਵੇਗਾ। ਬਾਈਬਲ ਵਿੱਚ ਆਸ ਇੱਕ ਵਿਅਕਤੀ ਉੱਤੇ ਨਿਰਭਰ ਕਰਦੀ ਹੈ ਅਤੇ ਇਸ ਲਈ ਇਹ ਆਸ਼ਾਵਾਦ ਤੋਂ ਵੱਖਰੀ ਹੈ। ਆਸ਼ਾਵਾਦ ਕਿਸੇ ਵੀ ਸਥਿਤੀ ਵਿੱਚ ਇਹ ਵੇਖਣਾ ਹੈ ਕਿ ਕਿਵੇਂ ਹਾਲਾਤ ਸਾਡੇ ਭਲੇ ਦੇ ਲਈ ਕੰਮ ਕਰ ਸਕਦੇ ਹਨ। ਪਰ ਬਾਈਬਲ ਦੀ ਆਸ ਹਾਲਾਤਾਂ ਉੱਤੇ ਕੇਂਦਰਿਤ ਨਹੀਂ ਹੈ। ਸੱਚ ਤਾਂ ਇਹ ਹੈ, ਬਾਈਬਲ ਵਿੱਚ ਆਸ਼ਾਵਾਦ ਲੋਕ ਇਹ ਜਾਣਦੇ ਹਨ ਕਿ ਹਾਲਾਤ ਦੇ ਬਿਹਤਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਫਿਰ ਵੀ ਉਹ ਆਸ ਨੂੰ ਹੀ ਚੁਣਦੇ ਹਨ। ਜਿਵੇਂ ਕਿ ਹੋਸ਼ਿਆ ਨਬੀ, ਉਹ ਅਜਿਹੇ ਹਨੇਰੇ ਦੇ ਯੁੱਗ ਵਿੱਚ ਰਿਹਾ ਜਦੋਂ ਵਿਦੇਸ਼ੀ ਸਾਮਰਾਜ ਇਸਰਾਇਲ ਉੱਤੇ ਅਤਿਆਚਾਰ ਕਰ ਰਿਹਾ ਸੀ ਅਤੇ ਫਿਰ ਵੀ ਉਸਨੇ ਆਸ ਨੂੰ ਚੁਣਦੇ ਹੋਏ ਕਿਹਾ ਕਿ ਪਰਮੇਸ਼ਵਰ ਇਸ ਮੁਸ਼ਕਲਾਂ ਦੀ ਵਾਦੀ ਨੂੰ ਆਸ ਦਾ ਦਰਵਾਜ਼ਾ ਬਣਾ ਸਕਦਾ ਹੈ, ਉਸੇ ਤਰ੍ਹਾਂ ਜਿਵੇਂ ਇਸਰਾਇਲ ਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਸੀ। ਪਰਮੇਸ਼ਵਰ ਨੇ ਕੂਚ ਦੇ ਦਿਨਾਂ ਵਿੱਚ ਆਪਣੇ ਲੋਕਾਂ ਨੂੰ ਛੁਟਕਾਰਾ ਦੇ ਕੇ ਦੰਗ ਕਰ ਦਿੱਤਾ ਸੀ ਅਤੇ ਉਹ ਫਿਰ ਤੋਂ ਅਜਿਹਾ ਕਰ ਸਕਦਾ ਸੀ। ਇਸ ਲਈ ਪਰਮੇਸ਼ਵਰ ਦੀ ਗੁਜ਼ਰੇ ਦਿਨਾਂ ਦੀ ਵਫਾਦਾਰੀ ਸਾਨੂੰ ਭਵਿੱਖ ਦੇ ਲਈ ਆਸ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਤੁਸੀਂ ਪਿਛਲੇ ਦਿਨਾਂ ਦੇ ਤਜਰਬਿਆਂ ਤੋਂ ਸਿੱਖਦੇ ਹੋਏ ਅਤੇ ਕੇਵਲ ਪਰਮੇਸ਼ਵਰ ਦੇ ਚਰਿੱਤਰ ਉੱਤੇ ਭਰੋਸਾ ਕਰਦੇ ਹੋਏ ਅੱਗੇ ਵੇਖ ਸਕਦੇ ਹੋ। ਇਹ ਜ਼ਬੂਰ 139 ਦੇ ਕਵੀ ਦੇ ਵਾਂਗ ਹੈ ਜੋ ਕਹਿੰਦਾ ਹੈ, ਹੁਣ ਹੇ ਪ੍ਰਭੂ, ਮੈਂ ਕਿਸ ਗੱਲ ਦਾ ਕਾਵਾ ਕਰਾਂ, ਤੂੰ ਹੀ ਮੇਰਾ ਯਖਾਲ ਹੈ। ਨਵੇਂ ਨੇਮ ਵਿੱਚ ਯਿਸੂ ਦੇ ਮੁੱਢਲੇ ਚੇਲਿਆਂ ਨੇ ਇਸੇ ਤਰ੍ਹਾਂ ਦੀ ਆਸ ਦੀ ਆਦਤ ਪਾਈ ਸੀ। ਉਹਨਾਂ ਦਾ ਵਿਸ਼ਵਾਸ ਸੀ ਕਿ ਸਾਡੀ ਮੌਤ ਅਤੇ ਗੁਲਾਮੀ ਦੀ ਜੋ ਸਮੱਸਿਆ ਹੈ, ਪਰਮੇਸ਼ਵਰ ਨੇ ਉਸ ਦਾ ਦੰਗ ਕਰ ਦੇਣ ਵਾਲਾ ਹੱਲ ਯਿਸੂ ਦੇ ਜੀਵਨ, ਮੌਤ ਅਤੇ ਜੀ ਉੱਠਣ ਵਿੱਚ ਕਰ ਦਿੱਤਾ ਹੈ। ਉਸ ਦੀ ਕਬਰ ਨੇ ਇੱਕ ਨਵੀਂ ਆਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ ਅਤੇ ਇਸ ਆਸ ਨੂੰ ਸਮਝਾਉਣ ਦੇ ਲਈ ਉਹਨਾਂ ਨੇ ਯੂਨਾਨੀ ਸ਼ਬਦ ਐਲਪਿਸ ਦੀ ਵਰਤੋਂ ਕੀਤੀ। ਰਸੂਲ ਪਤਰਸ ਨੇ ਕਿਹਾ ਕਿ ਯਿਸੂ ਦੇ ਜੀ ਉੱਠਣ ਦੇ ਦੁਆਰਾ ਇੱਕ ਜਿਉਂਦੀ ਆਸ ਦਾ ਬੂਹਾ ਖੁੱਲ੍ਹ ਗਿਆ ਹੈ, ਜਿਸ ਤੋਂ ਮਨੁੱਖ ਹੁਣ ਨਵੇਂ ਸਿਰਿਓਂ ਅਲੱਗ ਤਰ੍ਹਾਂ ਦੇ ਮਨੁੱਖ ਦੇ ਰੂਪ ਵਿੱਚ ਨਵਾਂ ਜਨਮ ਪਾ ਸਕਦੇ ਹਨ। ਇੱਕ ਤੋਂ ਵਧੇਕ ਵਾਰ ਰਸੂਲ ਪੌਲੁਸ ਕਹਿੰਦਾ ਹੈ ਕਿ ਯਿਸੂ ਦੀ ਖੁਸ਼ਖਬਰੀ ਉਸ ਦੀ ਉਸਤਤ ਦੇ ਐਲਪਿਸ ਦੀ ਘੋਸ਼ਣਾ ਕਰਦੀ ਹੈ। ਇਹਨਾਂ ਦੋਵਾਂ ਮੁੱਦਿਆਂ ਉੱਤੇ ਇਹ ਐਲਪਿਸ ਇੱਕ ਵਿਅਕਤੀ ਜੀ ਉੱਠੇ ਯਿਸੂ ਉੱਤੇ ਆਧਾਰਿਤ ਹੈ ਜਿਸ ਨੇ ਮੌਤ ਨੂੰ ਜਿੱਤ ਲਿਆ ਅਤੇ ਇਹ ਆਸ ਕੇਵਲ ਮਨੁੱਖਾਂ ਦੇ ਲਈ ਨਹੀਂ ਸੀ। ਚੇਲਿਆਂ ਦਾ ਮੰਨਣਾ ਸੀ ਕਿ ਯਿਸੂ ਦੇ ਜੀ ਉੱਠਣ ਦੇ ਸਮੇਂ ਜੋ ਉਸ ਨਾਲ ਵਾਪਰਿਆ ਉਹ ਪਰਮੇਸ਼ਵਰ ਦੀ ਯੋਜਨਾ ਸੀ ਜੋ ਪਹਿਲਾਂ ਤੋਂ ਹੀ ਸਾਰੇ ਸੰਸਾਰ ਲਈ ਠਹਿਰਾਈ ਸੀ। ਪੌਲੁਸ ਦੇ ਸ਼ਬਦਾਂ ਅਨੁਸਾਰ ਇਹ ਇੱਕ ਆਸ ਹੈ ਕਿ ਜਦੋਂ ਪਰਮੇਸ਼ਵਰ ਦੀ ਔਲਾਦ ਮਹਿਮਾ ਨੂੰ ਪ੍ਰਾਪਤ ਕਰੇਗੀ ਤਾਂ ਸੰਸਾਰ ਵੀ ਆਪਣੇ ਹੀ ਭ੍ਰਿਸ਼ਟਾਚਾਰ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਆਜ਼ਾਦੀ ਪ੍ਰਾਪਤ ਕਰੇਗਾ। ਇਸ ਲਈ ਮਸੀਹੀ ਆਸ ਬਹੁਤ ਹੀ ਦਲੇਰੀ ਦੇ ਨਾਲ ਮਨੁੱਖ ਜਾਤੀ ਅਤੇ ਪੂਰੇ ਸੰਸਾਰ ਦਾ ਬੁਰੀਆਈ ਅਤੇ ਮੌਤ ਤੋਂ ਛੁਟਕਾਰਾ ਪਾਉਣ ਦੀ ਉਡੀਕ ਕਰਨਾ ਹੈ। ਕਈ ਤਾਂ ਕਹਿਣਗੇ ਕਿ ਇਹ ਪਾਗਲਪਨ ਹੈ ਅਤੇ ਸ਼ਾਇਦ ਅਜਿਹਾ ਹੀ ਹੈ, ਪਰ ਬਾਈਬਲ ਦੀ ਆਸ ਕਿਸੇ ਸਹੂਲਤ ਉੱਤੇ ਨਿਰਭਰ ਨਹੀਂ ਕਰਦੀ। ਅਸੀਂ ਉਡੀਕ ਕਰਦੇ ਹਾਂ ਕਿ ਪਰਮੇਸ਼ਵਰ ਇੱਕ ਅਜਿਹਾ ਭਵਿੱਖ ਲਿਆਵੇਗਾ ਜੋ ਸਾਨੂੰ ਉਸੇ ਤਰ੍ਹਾਂ ਹੀ ਦੰਗ ਕਰ ਦੇਵੇਗਾ ਜਿਵੇਂ ਸਲੀਬ ਉੱਤੇ ਮਰੇ ਹੋਏ ਵਿਅਕਤੀ ਦੇ ਜੀ ਉੱਠਣ ਉੱਤੇ ਹੋਇਆ ਸੀ। ਮਸੀਹੀ ਆਸ ਪਿੱਛੇ ਦੁਬਾਰਾ ਜੀ ਉੱਠੇ ਯਿਸੂ ਨੂੰ ਵੇਖਦੀ ਹੈ ਤਾਂ ਜੋ ਅੱਗੇ ਦੀ ਵੱਲ ਵੇਖ ਸਕੀਏ ਅਤੇ ਇਸੇ ਲਈ ਅਸੀਂ ਉਡੀਕ ਕਰਦੇ ਹਾਂ।
ਬਾਈਬਲ ਵਿੱਚ ਆਸ ਸੰਬੰਧੀ ਇਹਨਾਂ ਸ਼ਬਦਾਂ ਦਾ ਇਹੀ ਅਰਥ ਹੈ।